ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਵਿਚਾਰ ਕਰ ਰਹੇ ਹਾਂ ਮਨ ਦੇ ਉੱਪਰ ਕਿ ਮਨ ਕੀ ਹੈ। ਇਹ ਸਾਰੀ ਜਿਹੜੀ ਵਿਚਾਰ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ 'ਤੇ ਆਪਾਂ ਕਰਾਂਗੇ, ਗੁਰਬਾਣੀ ਦੀਆਂ ਤੁਕਾਂ 'ਤੇ ਲੈ ਕੇ, ਕਿਉਂਕਿ ਜੋ ਗੁਰਬਾਣੀ ਕਹਿ ਰਹੀ ਹੈ ਉਹ ਸੱਚ ਹੈ। ਜੋ ਸਾਡੇ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਹਨ ਉਹ ਸੱਚ ਹੈ। ਜੋ ਚੀਜ਼ ਸੱਚ ਹੈ ਅਸੀਂ ਉਹਨੂੰ ਝੂਠੀ ਨਹੀਂ ਕਹਿ ਸਕਦੇ। ਅਤੇ ਸਾਡਾ ਮਨ, ਫਿਰ ਮਨ ਦੀ ਗੱਲ ਆ ਗਈ ਨਾ, ਸਾਡਾ ਮਨ ਜ਼ਰੂਰ ਸੱਚੀ ਗੱਲ ਸੁਣੂਗਾ। ਕਿਉਂ? ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਮਨ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਕਿ ਮੈਂ ਉਸ ਪਰਮਾਤਮਾ ਦੀ ਅੰਸ਼ ਹਾਂ, ਤਾਂ ਫਿਰ ਮਨ ਸੱਚੀ ਚੀਜ਼ ਨੂੰ ਚੰਗੀ ਸਮਝੇਗਾ ਅਤੇ ਸੱਚੀ ਚੀਜ਼ ਨੂੰ ਅਪਣਾਏਗਾ, ਗੁਰੂ ਦੇ ਉਪਦੇਸ਼ ਨੂੰ ਸੁਣੂਗਾ। ਜਦੋਂ ਮਨ ਨੂੰ ਇਹ ਸਮਝ ਆਉਣ ਲੱਗ ਗਈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਇਸ ਤਰ੍ਹਾਂ ਦੀ ਚੀਜ਼ ਹੈ ਸੰਗਤ ਜੀ ਕਿ ਆਪਾਂ ਇਹਨੂੰ ਸੁਣਦੇ ਵਰਤਦੇ ਬਹੁਤ ਹਾਂ ਆਮ ਜ਼ਿੰਦਗੀ ਦੇ ਵਿੱਚ ਵੀ। ਗੁਰਬਾਣੀ ਵਿੱਚ ਤਾਂ ਚਲੋ ਮਨ ਬਾਰੇ ਬਹੁਤ ਹੀ ਜ਼ਿਆਦਾ ਸ਼ਬਦ ਆਏ ਨੇ, ਪਰ ਆਪਾਂ ਆਪ ਆਪਣੀ ਜ਼ਿੰਦਗੀ ਦੇ ਵਿੱਚ ਆਮ ਬੋਲ ਚਾਲ ਦੇ ਵਿੱਚ ਬਹੁਤੀ ਵਾਰ ਕਹਿ ਦਿੰਦੇ ਹਾਂ ਕਿ ਮੇਰਾ ਮਨ ਨਹੀਂ ਠੀਕ, ਮੇਰਾ ਮਨ ਨਹੀਂ ਕਰਦਾ, ਮੇਰਾ ਮਨ ਨਹੀਂ ਮੰਨਦਾ। ਇਹ ਮਨ ਹੈ ਕੀ ਚੀਜ਼? ਜੇ ਮਤਲਬ ਬਹੁਤ ਡੂੰਘਾਈ ਨਾਲ ਸੋਚੀਏ ਤਾਂ ਬੜੀ ਹੈਰਾਨੀ ਵੀ ਹੁੰਦੀ ਹੈ ਵੀ ਮਨ ਹੈ ਕੀ ਚੀਜ਼, ਅਤੇ ਇਹ ਸਾਡੇ ਸਰੀਰ ਵਿੱਚ ਹੈ ਕਿੱਥੇ। ਜਿਸ ਤਰ੍ਹਾਂ ਹੁਣ ਆਪਾਂ ਨੂੰ ਪਤਾ ਵੀ ਸਾਡੇ ਸਰੀਰ ਦੇ ਵਿੱਚ ਦਿਲ ਹੈ, ਮਿਹਦਾ ਹੈ, ਫੇਫੜੇ ਨੇ, ਆਪਾਂ ਨੂੰ ਮਤਲਬ ਪਤਾ ਨਾ ਵੀ ਇਹ ਚੀਜ਼ਾਂ ਹੈ। ਅਤੇ ਫਿਰ ਜੇ ਦੇਖੀਏ ਕਿ ਜਿਹੜਾ ਇਹ ਮਨ ਆ ਜਾਂ ਦਿਮਾਗ ਹੈ, ਅਤੇ ਜਿਹੜਾ ਇਹ ਮਨ ਆ ਇਹ ਕਿੱਥੇ ਹੈ? ਮਨ ਦੇ ਵਿੱਚ ਹੁਣ ਦੇਖੋ, ਮੈਂ ਦਾਸੀ ਨੇ ਵੀ ਕਹਿ ਦਿੱਤਾ ਨਾ, ਮਨ ਦੇ ਵਿੱਚ ਦਾਸੀ ਦੇ ਖਿਆਲ ਆਇਆ ਕਿ ਜਿਸ ਤਰ੍ਹਾਂ ਪਰਮਾਤਮਾ ਅਦ੍ਰਿਸ਼ਟ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਸਾਡੀ ਸਮਝ ਤੋਂ ਪਰੇ ਹੈ, ਇਸ ਤਰ੍ਹਾਂ ਹੀ ਉਹ ਚੀਜ਼ਾਂ ਜਿਨ੍ਹਾਂ ਦਾ ਸਿੱਧਾ ਸੰਬੰਧ ਪਰਮਾਤਮਾ ਦੇ ਨਾਲ ਹੈ ਉਹ ਵੀ ਅਦ੍ਰਿਸ਼ਟ ਹਨ। ਮਨ ਵੀ ਅਦ੍ਰਿਸ਼ਟ ਹੈ, ਅਸੀਂ ਮਨ ਨੂੰ ਦੇਖ ਨਹੀਂ ਸਕਦੇ। ਜੇ ਕੋਈ ਕਹੇ ਕਿ ਮੇਰੇ ਮਨ ਦੇ ਵਿੱਚ ਵਿਕਾਰ ਨੇ, ਮੈਂ ਆਪਰੇਸ਼ਨ ਕਰਾ ਕੇ ਇਹਦਾ ਇਲਾਜ ਕਰਾ ਲਾਂ, ਕਰਵਾ ਸਕਦੇ ਹਾਂ? ਨਹੀਂ ਕਰਵਾ ਸਕਦੇ, ਕਿ ਉਹ ਪਤਾ ਹੀ ਨਹੀਂ ਮਨ ਹੈ ਕਿੱਥੇ। ਮਨ ਵਿਚਾਰ ਨੇ। ਮਨ ਨੂੰ ਆਪਾਂ ਬਹੁਤ ਕੁਝ ਕਹਿ ਸਕਦੇ ਹਾਂ, ਪਰ ਮਨ ਨੂੰ ਆਪਾਂ ਦੇਖ ਨਹੀਂ ਸਕਦੇ। ਮਨ ਵਿਚਾਰ ਨੇ, ਮਨ ਵਿਚਾਰਾਂ ਦਾ ਇਕੱਠ ਵੀ ਆ। ਪਹਿਲਾਂ ਜੋ ਸਾਡੇ ਮਨ ਦੇ ਵਿੱਚ ਫੁਰਨਾ ਉੱਠਦਾ, ਫੁਰਨਾ ਕੀ ਹੋਇਆ? ਵਿਚਾਰ। ਮਨ 'ਚ ਉੱਠਿਆ, ਫਿਰ ਉਹ ਦਿਮਾਗ ਨੇ ਕੀਤਾ। ਹਰ ਇੱਕ ਚੀਜ਼ ਜਦੋਂ ਆਪਾਂ ਕਹਿੰਦੇ ਹਾਂ ਕਿ ਆਹ ਕਰਨਾ, ਪਹਿਲਾਂ ਉਸ ਚੀਜ਼ ਦਾ ਵਿਚਾਰ ਬਣਦਾ। ਉਹ ਵਿਚਾਰ ਬਣਦਾ ਕਿੱਥੇ ਆ? ਮਨ ਵਿੱਚ। ਪਰ ਮਨ ਹੈ ਕਿੱਥੇ ਸਰੀਰ ਵਿੱਚ? ਅਸੀਂ ਨਹੀਂ ਸਮਝ ਸਕਦੇ ਇਸ ਚੀਜ਼ ਨੂੰ। ਕਈ ਲੋਕ ਮਨ ਨੂੰ ਹੀ ਆਤਮਾ ਕਹਿੰਦੇ ਨੇ। ਮਨ ਦਾ ਹੀ ਅਸਲ 'ਚ ਕੰਮ ਹੈ ਸਰੀਰ ਦੇ ਵਿੱਚ। ਇਸ ਕਰਕੇ ਹੀ ਪਾਤਸ਼ਾਹ ਨੇ ਕਹਿ ਦਿੱਤਾ ਨਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤਰ੍ਹਾਂ ਹੀ ਭਗਤ ਕਬੀਰ ਜੀ ਕਹਿੰਦੇ ਨੇ, ਮੰਮਾ ਮੂਲ ਗੇਹਾ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੇ।
ਕਹਿੰਦੇ ਮੰਮਾ ਮੂਲ ਗਿਹਾ ਮਨ ਮਾਨੈ। ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਲੈ ਲਈ, ਉਹਦਾ ਕਹਿੰਦੇ ਮਨ ਮੰਨ ਜਾਂਦਾ। ਕਹਿੰਦੇ ਮਰਮੀ ਹੋਏ ਸੋ ਮਨ ਕੋ ਜਾਣੈ। ਜਿਸ ਨੂੰ ਕਹਿੰਦੇ ਪਰਮਾਤਮਾ ਦਾ ਅਨੁਭਵ ਹੋ ਜਾਂਦਾ, ਜਿਸ ਨੂੰ ਜੀਵਨ ਦੀ ਅਸਲੀਅਤ ਸਮਝ ਲੱਗ ਜਾਂਦੀ ਆ, ਉਹ ਹੀ ਮਨ ਨੂੰ ਜਾਣ ਸਕਦਾ। ਆਮ ਜੀਵ ਮਨ ਨੂੰ ਜਾਣ ਨਹੀਂ ਸਕਦਾ ਕਿ ਮਨ ਕਿਵੇਂ ਕਾਬੂ ਹੋ ਸਕਦਾ ਹੈ, ਕਿਸ ਤਰ੍ਹਾਂ ਮਨ ਜੀਵ ਦੇ ਵੱਸ ਵਿੱਚ ਆ ਸਕਦਾ ਹੈ। ਫਿਰ ਕਬੀਰ ਜੀ ਕਹਿੰਦੇ ਨੇ ਮਤ ਕੋਈ ਮਨ ਮਿਲਤਾ ਬਿਲਮਾਵੈ। ਕਹਿੰਦੇ ਜੇ ਕਿਸੇ ਜੀਵ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਆਉਣ ਲਈ ਤਾਂਘ ਵਿੱਚ ਹੈ, ਕਹਿੰਦੇ ਉਸ ਨੂੰ ਜੀਵ ਰੁਕਾਵਟ ਨਾ ਉਹਦੇ 'ਚ ਪਾਵੇ, ਉਹਦੇ 'ਚ ਦੇਰੀ ਨਾ ਕਰੇ। ਕਹਿੰਦੇ ਜੇ ਮਨ ਦੇ ਵਿੱਚ ਕਹਿੰਦੇ ਪਰਮਾਤਮਾ ਨੂੰ ਮਿਲਣ ਦੀ ਇੱਛਾ ਆਈ ਆ ਨਾ ਜੀਵ ਦੇ, ਤਾਂ ਜੀਵ ਤੁਰੰਤ ਇਸ ਕੰਮ ਦਾ ਉੱਦਮ ਕਰੇ। ਮਤ ਕੋਈ ਮਨ ਮਿਲਤਾ ਬਿਲਮਾਵੈ, ਬਿਲਮਾਵੈ ਕਿ ਵੀ ਦੇਰੀ ਨਾ ਕਰੇ ਇਸ ਕੰਮ ਦੇ ਵਿੱਚ। ਇਹੀ ਤੇ ਕੰਮ ਆ ਸਾਰਾ। ਕੰਮ ਇਹ ਕਿਉਂ ਆ? ਕਬੀਰ ਜੀ ਆਪ ਹੀ ਫਿਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਵਾਹਿਗੁਰੂ ਜੀ, ਵਾਹਿਗੁਰੂ ਜੀ। ਬਹੁਤ ਹੀ ਰਮਜ਼ ਆ ਇਹਨਾਂ ਤੁਕਾਂ ਦੇ ਵਿੱਚ, ਬਹੁਤ ਜ਼ਿਆਦਾ ਰਮਜ਼ ਆ। ਕਬੀਰ ਜੀ ਕਹਿੰਦੇ ਨੇ ਕਿ ਮੈਂ ਸੋਚਿਆ ਕਿ ਮਨ ਸ਼ਾਇਦ ਮੇਰਾ ਵੈਰੀ ਆ, ਕਿਉਂਕਿ ਮਨ ਹੀ ਚੰਚਲ ਹੈ ਤਾਂ ਪਰਮਾਤਮਾ ਨੂੰ ਮਿਲਣ 'ਚ ਰੁਕਾਵਟ ਆ ਨਾ। ਮਨ ਹੀ ਮਾਇਆ ਵਿੱਚ ਗਲਤਾਨ ਆ, ਮਨ ਹੀ ਗਿਆਨ ਇੰਦਰੀਆਂ ਦੇ ਪਿੱਛੇ ਲੱਗਿਆ, ਉਹਨਾਂ ਨੂੰ ਆਪ ਕਾਬੂ ਕਰਨ ਦੀ ਬਜਾਏ। ਤੇ ਇਸ ਕਰਕੇ ਕਹਿੰਦੇ ਸੋਚਿਆ ਵੀ ਜਿਹੜਾ ਮਨ ਹੈ ਇਹੀ ਦੁਸ਼ਮਣ ਬਣ ਗਿਆ ਪਰਮਾਤਮਾ ਨੂੰ ਮਿਲਣ ਦੇ ਰਸਤੇ 'ਚ। ਫਿਰ ਕਹਿੰਦੇ ਵੀ ਨਹੀਂ, ਕਹਿੰਦੇ ਵੀ ਇਹ ਮਨ ਹੀ ਹੈ। ਜਦੋਂ ਕਹਿੰਦੇ ਇਹ ਸਾਧਿਆ ਗਿਆ, ਫਿਰ ਕਹਿੰਦੇ ਪਰਮਾਤਮਾ ਦੇ ਨਾਲ ਮਿਲਾਪ ਹੋਣਾ। ਮਨ ਸਾਧੇ ਸਿੱਧ ਹੋਏ। ਜਦੋਂ ਕਹਿੰਦੇ ਇਹ ਮਨ ਹੀ ਸਾਧਿਆ ਗਿਆ ਨਾ, ਮਨ ਕਾਬੂ ਦੇ ਵਿੱਚ ਆ ਗਿਆ, ਤਾਂ ਫਿਰ ਹੀ ਪਰਮਾਤਮਾ ਦਾ ਅਨੁਭਵ ਹੋ ਸਕਣਾ। ਫਿਰ ਕਹਿੰਦੇ ਵੀ ਇਹ ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਕਹਿੰਦੇ ਫਿਰ ਇਹ ਮਨ ਤਾਂ ਮੇਰਾ ਮਿੱਤਰ ਹੋਇਆ। ਕਹਿੰਦੇ ਮਨ ਵਰਗਾ ਮਿੱਤਰ ਤਾਂ ਮੈਨੂੰ ਕੋਈ ਮਿਲਿਆ ਹੀ ਨਹੀਂਗਾ, ਕਿਉਂਕਿ ਜੇ ਮਨ ਵਸ ਵਿੱਚ ਆ ਗਿਆ ਤਾਂ ਪਰਮਾਤਮਾ ਨਾਲ ਪ੍ਰੀਤ ਪੈ ਜਾਣੀ ਆ। ਕਿਉਂਕਿ ਮਨ ਕਰਕੇ ਹੀ ਸਾਰੇ ਜਿਹੜੇ ਗਿਆਨ ਇੰਦਰੇ ਨੇ ਬੇਕਾਬੂ 'ਚ ਨੇ। ਜੇ ਮਨ ਹੀ ਨਹੀਂ ਹੈਗਾ ਤਾਂ ਕਿਸ ਤਰ੍ਹਾਂ ਫਿਰ ਸਾਰਾ ਕੁਝ ਹੋਊਗਾ। ਕਹਿੰਦੇ ਇਹ ਮਨ ਤਾਂ ਮੇਰਾ ਬਹੁਤ ਸਾਰਿਆਂ ਨਾਲੋਂ ਚੰਗਾ ਮਿੱਤਰ ਆ। ਠੀਕ ਹੈ, ਜਦੋਂ ਮਨ ਸਾਧਿਆ ਗਿਆ ਫਿਰ ਸਿੱਧੀ ਪ੍ਰਾਪਤ ਹੋ ਜਾਣੀ ਆ। ਸਿੱਧੀ ਕਿਹੜੀ? ਪਰਮਾਤਮਾ ਨਾਲ ਜਾਣ ਪਛਾਣ। ਤਾਂ ਹੀ ਫਿਰ ਕਹਿੰਦੇ ਨੇ ਨਾ ਕਿ ਮਨ ਦੇ ਰਾਮ ਲਿਆ ਹੈ ਮੋਲ। ਜਿਹੜਾ ਇਹ ਮਨ ਆ ਕਹਿੰਦੇ ਇਹੀ ਫਿਰ ਕਹਿੰਦੇ ਉਹਦੇ ਹਵਾਲੇ ਕਰ ਦੇਣਾ। ਇਹਦੇ ਇਵਜ਼ ਦੇ ਵਿੱਚ ਕੀ ਮਿਲਣਾ? ਉਹਦੀ ਪ੍ਰੀਤ ਮਿਲ ਜਾਣੀ ਆ। ਜਦੋਂ ਮਨ ਹੀ ਉਹਦੇ ਅਰਪਣ ਕਰ ਦੇਣਾ, ਤਾਂ ਮਨ ਹੈ ਤਾਂ ਆਪਾਂ ਅਰਪਣ ਕਰ ਸਕਣਾ, ਤੇ ਸਾਰਾ ਕੰਮ ਹੀ ਫਿਰ ਮਨ ਦਾ ਹੋ ਗਿਆ। ਮਨ ਹੀ ਸਰੀਰ ਵਿੱਚ ਬਹੁਤ ਵੱਡੀ ਚੀਜ਼ ਹੈ। ਮਨ ਚਾਹੇ ਤਾਂ ਜੀਵ ਮਨਮੁਖ ਹੈ, ਮਨ ਚਾਹੇ ਤਾਂ ਜੀਵ ਗੁਰਮੁਖ ਹੈ। ਇਹ ਜਿਹੜਾ ਮਨ ਆ ਕਹਿੰਦੇ ਇਹ 3 ਤਰ੍ਹਾਂ ਦਾ ਹੋ ਸਕਦਾ। ਇਹ ਮਨ ਸਕਤੀ, ਇਹ ਮਨ ਸਿਓ, ਇਹ ਮਨ ਪੰਜ ਤਤ ਕੋ ਜੀਓ।
ਤਿੰਨ ਤਰ੍ਹਾਂ ਦੱਸ ਦਿੱਤਾ। ਮਨ ਦੇ ਤਿੰਨ ਰੂਪ ਹੋ ਸਕਦੇ ਨੇ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਜ ਤੱਤ ਕੋ ਜੀਓ। ਜਦੋਂ ਤਾਂ ਕਹਿੰਦੇ ਵੀ ਇਹ ਮਨ ਮਾਇਆ ਦੇ ਪਿੱਛੇ ਲੱਗਦਾ, ਫਿਰ ਇਹ ਸ਼ਕਤੀ ਦਾ ਰੂਪ ਆ। ਜਦੋਂ ਇਹੀ ਮਨ ਪਰਮਾਤਮਾ ਦੇ ਵਿੱਚ ਪਤੀਜਦਾ, ਫਿਰ ਇਹੀ ਮਨ ਸਿਓ ਆ। ਫਿਰ ਜਦੋਂ ਕਹਿੰਦੇ ਇਹ ਮਨ ਆਪਣੇ ਆਪ ਨੂੰ ਸਿਰਫ ਪੰਜਾਂ ਤੱਤਾਂ ਦਾ ਜਿਹੜਾ ਪੁਤਲਾ ਉਹੀ ਮੰਨ ਲੈਂਦਾ, ਫਿਰ ਇਹ ਸੰਸਾਰਕ ਪਦਾਰਥਾਂ ਭੋਗਾਂ ਦੇ ਵਿੱਚ ਫਿਰਦਾ। ਫਿਰ ਕਹਿੰਦੇ ਇਹ ਪੰਜ ਤੱਤ ਕੋ ਜੀਓ ਬਣ ਜਾਂਦਾ। ਇਹ ਤਿੰਨ ਰੂਪ ਨੇ ਮਨ ਦੇ। ਮਨ ਕਾਬੂ ਵਿੱਚ ਆਉਂਦਾ ਉਹਦਾ ਨਾਮ ਜਪਣ ਦੇ ਨਾਲ। ਜੀਵ ਦੇ ਹੱਥ ਵੱਸ ਨਹੀਂ ਕਿ ਜੀਵ ਆਪਣੇ ਮਨ ਦੀ ਚੰਚਲਤਾ ਖਤਮ ਕਰ ਸਕੇ। ਜੀਵ ਉਹਦਾ ਨਾਮ ਜਪੇ ਤਾਂ ਉਸ ਵਾਹਿਗੁਰੂ ਨੇ ਇਸ ਮਨ ਨੂੰ ਜੀਵ ਦੇ ਵੱਸ ਵਿੱਚ ਕਰ ਦੇਣਾ। ਮਨ ਹੈ ਕਿ ਵਿਚਾਰ, ਮਨ ਹੈ ਕਿ ਉਹ ਜਿਹੜੀ ਆਪਾਂ ਕਹਿੰਦੇ ਆ ਵੀ ਸੋਚਣ ਸਮਝਣ ਦੀ ਬੁੱਧੀ ਜਿਹੜੀ। ਫਿਰ ਜਿਹੜੀ ਮਾੜੀ ਮੱਤ ਆ ਉਹ ਚੰਗੀ ਮੱਤ ਵਿੱਚ ਬਦਲ ਜਾਣੀ ਆ ਜਦੋਂ ਜੀਵ ਨੇ ਵਾਹਿਗੁਰੂ ਜੀ ਦੇ ਨਾਮ ਦਾ ਸਹਾਰਾ ਲਿਆ। ਫਿਰ ਕੀ ਹੈ? ਫਿਰ ਕਹਿੰਦੇ ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾतें ਕਹੇ। ਇਹ ਮਨ ਲੈ ਜੋ ਉਨ ਮਨ ਰਹੇ, ਤੀਨ ਲੋਕ ਤੋ ਤੀਨ ਲੋਕ ਕੀ ਬਾतें ਕਹੇ। ਕਹਿੰਦੇ ਜਦੋਂ ਜੀਵ ਪਰਮਾਤਮਾ ਦਾ ਨਾਮ ਜਪਦਾ ਤਾਂ ਉਹਦੇ ਜਿਹੜੇ ਵਿਚਾਰ ਹੁੰਦੇ ਨੇ, ਮਨ ਕੀ ਆ ਵਿਚਾਰ, ਉਹਦੇ ਜਿਹੜੇ ਵਿਚਾਰ ਬਦਲਣੇ ਸ਼ੁਰੂ ਹੋ ਜਾਂਦੇ ਨੇ। ਵਿਚਾਰਾਂ ਦੇ ਬਦਲੇ ਹੀ ਸੰਸਾਰ ਬਦਲਦਾ ਨਾ। ਉਹਦੇ ਵਿਚਾਰ ਬਦਲਦੇ ਨੇ। ਫਿਰ ਕਹਿੰਦੇ ਉਹ ਆਪਣੇ ਅੰਤਰ ਆਤਮੇ, ਉਹਦਾ ਜਿਹੜਾ ਹਿਰਦਾ ਉਹ ਖਿੜਿਆ ਰਹਿੰਦਾ। ਉਹ ਅੰਤਰ ਆਤਮੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਰ ਲੈਂਦਾ ਜੀਵ। ਫਿਰ ਕੀ ਕਰਦਾ ਕਹਿੰਦੇ ਉਹ? ਫਿਰ ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਆ। ਜਿਸ ਦੇ ਪਰਮਾਤਮਾ ਦਾ ਮਿਲਾਪ ਹੋ ਗਿਆ ਉਹ ਪਰਮਾਤਮਾ ਦਾ ਸਰੂਪ ਹੋ ਗਿਆ। ਪਰਮਾਤਮਾ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ ਨਾ। ਫਿਰ ਉਸ ਜੀਵ ਨੂੰ ਉਹਨਾਂ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਆ। ਇਹ ਮਨ ਹੈ। ਮਨ ਕਾਬੂ ਆਉਂਦਾ ਹੈ ਉਹਦਾ ਨਾਮ ਜਪਿਆ। ਮਨ ਦੀ ਸਾਰੀ ਖੇਡ ਆ। ਜਦੋਂ ਮਨ ਮੰਨ ਜਾਂਦਾ ਨਾ, ਜਦੋਂ ਮਨ ਪਰਮਾਤਮਾ 'ਚ ਫਿਰ ਪਤੀਜ ਜਾਂਦਾ, ਫਿਰ ਸਾਡਾ ਜਿਹੜਾ ਹੈ ਮਨੁੱਖਾ ਜੀਵਨ ਸਫਲ ਹੋ ਜਾਂਦਾ। ਤੇ ਸਾਈਂ ਬੁੱਲੇ ਸ਼ਾਹ ਨੇ ਵੀ ਇਹੀ ਕਿਹਾ, ਕਹਿੰਦੇ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ। ਲਾਉਣਾ ਕੀ ਹੈ? ਮਨ। ਪੁੱਟਣਾ ਕੀ ਹੈ? ਮਨ। ਮਨ ਸੰਸਾਰ ਵਿੱਚੋਂ ਪੁੱਟ ਕੇ ਨਿਰੰਕਾਰ ਵੱਲ ਲਾ ਲੈਣਾ। ਬਸ ਇਹੀ ਨਿਰੰਕਾਰ ਦਾ ਪਾਉਣਾ। ਇਹ ਮਨ, ਆਤਮਾ, ਪਰਮਾਤਮਾ ਸਾਰੀਆਂ ਅਦ੍ਰਿਸ਼ਟ ਚੀਜ਼ਾਂ ਨੇ। ਇਹ ਮਨ ਤੇ ਆਤਮਾ ਅਦ੍ਰਿਸ਼ਟ, ਇਹਨਾਂ ਦਾ ਸੰਬੰਧ ਸਿੱਧਾ ਪਰਮਾਤਮਾ ਨਾਲ। ਪਰਮਾਤਮਾ ਦੀ ਅੰਸ਼ ਨੇ। ਪਰਮਾਤਮਾ ਅਦ੍ਰਿਸ਼ਟ ਹੈ, ਮਨ ਵੀ ਅਦ੍ਰਿਸ਼ਟ ਹੈ। ਮਨ ਹੈ ਕਿ ਵਿਚਾਰਾਂ ਦਾ ਇਕੱਠ ਹੈ। ਇਹ ਵਿਚਾਰ ਖਤਮ ਹੋ ਜਾਂਦੇ ਨੇ ਉਹਦਾ ਨਾਮ ਲਿਆ। ਨਾਮ ਜਪਦਿਆਂ ਜਪਦਿਆਂ ਵਿਚਾਰ ਖਤਮ ਹੋ ਜਾਂਦੇ ਨੇ। ਤੇ ਅੱਗੇ ਕੀ ਹੈ? ਜਦੋਂ ਵਿਚਾਰ ਖਤਮ ਹੋਏ, ਮਨ ਵਸ ਵਿੱਚ ਆ ਗਿਆ, ਤੇ ਅੱਗੇ ਕੀ ਹੈ? ਵਿਚਾਰ ਖਤਮ, ਫਿਰ ਉਹ ਸ਼ੂਨ ਅਵਸਥਾ, ਸੁੰਨ ਸਮਾਧ ਦੀ ਅਵਸਥਾ, ਜਿੱਥੇ ਨਿਰੰਕਾਰ ਆਪ ਹੈ। ਹਾਂਜੀ ਸੰਗਤ ਜੀ, ਇਹ ਮਨ ਬਾਰੇ ਕੁਝ ਥੋੜ੍ਹੀਆਂ ਜਿਹੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਗਲਤੀਆਂ ਭੁੱਲਾਂ ਚੁੱਕਾਂ ਦੀ ਮਾफ़ੀ ਦਿਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।